ਕੀ ਹੁੰਦਾ ਹੈ ਕਿ ਇੱਕ ਦੇ ਨਾਲ ਇੱਕ ਰਲ ਕੇ 11 ਹੀ ਹੋ ਜਾਂਦੇ ਹੈ। ਤੇ ਅੱਗੇ ਮੈਂ ਬੇਨਤੀ ਕਰਾਂਗਾ ਜੋ ਵੀਰ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ ਉਹਦਾ ਬਤਾਈ ਤੁਹਾਨੂੰ ਜੋ ਵੀ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਵਿਚਾਰ ਕਿਸਾਨੀ ਅੰਦੋਲਨ ਦੇ ਬਾਰੇ, ਜਥੇਬੰਦੀ ਦੇ ਬਾਰੇ, ਸਮਾਜ ਦੇ ਬਾਰੇ, ਸਾਨੂੰ ਸਮਾਜ ਦੇ ਵਿੱਚ ਕੀ ਲੋੜਾਂ ਕਰ ਜ਼ਰੂਰਤ ਹੈ, ਕਿਵੇਂ ਅਸੀਂ ਹੋਰ ਸੁਧਾਰ ਕਰ ਸਕਦੇ ਹਾਂ, ਵਾਤਾਵਰਨ ਬਾਰੇ ਅਸੀਂ ਕੀ ਕਰ ਸਕਦੇ ਹਾਂ। ਇਹ ਮਾੜੇ ਕੰਮਾਂ ਦੇ ਉੱਪਰ ਜਿੱਤ ਪਾਉਂਦੇ ਹੁੰਦੇ ਆ ਕਿ ਮਾੜੇ ਕੰਮਾਂ ਨੂੰ ਹਰਾਇਆ ਜਾਏ, ਮਾੜੀਆਂ ਆਦਤਾਂ ਨੂੰ, ਭੈੜੇ ਢੰਗ ਤਰੀਕਿਆਂ ਨੂੰ, ਮਾੜੀ ਸੋਚ ਨੂੰ ਦਬਾਇਆ ਜਾਏ। ਜੇ ਅਸੀਂ ਫਤਿਹ ਪਾਉਣੀ ਚਾਹੁੰਦੇ ਹਾਂ ਤਾਂ ਇਹਦੇ ਲਈ ਸਭ ਤੋਂ ਪਹਿਲਾਂ ਸਾਨੂੰ ਫਤਿਹ ਬੁਲਾਉਣੀ ਬੜੀ ਜ਼ਰੂਰੀ ਹੈ। ਸੋ ਕੋਈ ਵੀ ਰਸਨਾ ਬਾਝੀ ਨਾ ਰਵੇ ਜੀ, ਗੱਜ ਵੱਜ ਕੇ ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਮੈਂ ਪਿਛਲੇ 5-6 ਸਾਲਾਂ ਤੋਂ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਦਰਿਆਵੀ ਵਿੱਦਿਆ ਦੇ ਲਈ ਗਿਆ। ਜਿਹੜਾ ਸਾਡਾ ਏਰੀਆ, ਅਸੀਂ ਨਾ ਤੇ ਪਾਕਿਸਤਾਨ 'ਚ ਹੀ ਆਉਂਦੇ ਹਾਂ ਤੇ ਨਾ ਪੰਜਾਬ 'ਚ ਹੀ ਆਉਂਦੇ ਹਾਂ। ਚੰਗਿਆਈਆਂ ਸਾਡੇ ਤੱਕ ਬੜੀਆਂ ਘੱਟ ਪਹੁੰਚਦੀਆਂ ਤੇ ਜਿਹੜਾ ਨਸ਼ਾ ਸਾਡੇ ਏਰੀਏ ਦੇ ਵਿੱਚ ਲਾ ਲਓ ਜਾਂ ਜਿਵੇਂ ਹੋਰ ਧਰਮਾਂ ਦਾ ਪ੍ਰਚਾਰ ਹੈ, ਕੂੜ ਦਾ ਪ੍ਰਚਾਰ ਕਹਿ ਲਿਆ ਜਾਵੇ, ਉਹ ਕਿਸੇ ਧਰਮ ਦਾ ਨਹੀਂ, ਮਾਫ਼ ਕਰਨਾ, ਸੋਚ ਦਾ ਜਿਹੜਾ ਪ੍ਰਚਾਰ ਆ ਉਹ ਜ਼ਿਆਦਾ ਹੁੰਦਾ। ਤੇ ਉੱਧਰੋਂ ਜਦੋਂ ਮੈਂ ਪਿੰਡਾਂ ਦੇ ਵਿੱਚ ਅਸੀਂ ਕੈਂਪ ਲਾਉਣ ਜਾਂਦੇ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨਾਲ ਕਾਲਜ ਟਾਈਮ ਤੋਂ, ਜੋ ਖਾਲਸਾ ਕਾਲਜ ਤੋਂ ਵੀ ਮੈਂ ਜੁੜਿਆ ਸੀ, ਉੱਥੇ ਦਮਦਮਾ ਸਾਹਿਬ ਉੱਥੇ ਵੀ ਸਾਨੂੰ ਸਮਾਂ ਮਿਲਦਾ ਰਹਿੰਦਾ ਸੀ ਸੇਵਾ ਕਰਨ ਦਾ। ਤਾਂ ਫਿਰ ਮੈਨੂੰ ਵੀ ਇਹ ਲੱਗਿਆ ਵੀ ਸਾਡੇ ਪਿੰਡਾਂ ਦੇ ਵਿੱਚ ਵੀ ਹੋਣਾ ਚਾਹੀਦਾ। ਅਸੀਂ ਆਪਣੇ ਪਿੰਡ ਦੇ ਵਿੱਚ ਇਹ ਜਿਹੜੀ ਸੰਸਥਾ ਦੁਆਰਾ ਬੱਚਿਆਂ ਨੂੰ ਪੇਪਰ ਵੀ ਦਵਾਏ, ਤਾਂ ਬਹੁਤ ਵਧੀਆ ਉਪਰਾਲਾ ਹੈ। ਉਹ ਇਕੱਲਾ ਬੰਦਾ ਜੇਕਰ ਕਰੋ ਬੱਚਿਆਂ ਨੂੰ ਸ਼ੀਟਾਂ ਲਿਆ ਕੇ ਦੇਵੇ, ਕਿਤਾਬਾਂ ਲਿਆ ਕੇ ਦੇਵੇ ਜਾਂ ਮੈਡਲ ਵੰਡੇ, ਬੜਾ ਔਖਾ ਕੰਮ ਹੈ। ਤਾਂ ਬਹੁਤ ਵਧੀਆ ਜਥੇਬੰਦੀ ਹੈ, ਸਾਨੂੰ ਇਹਦੇ ਨਾਲ ਤੁਰਨਾ ਚਾਹੀਦਾ, ਸੌਖਾ ਹੋ ਜਾਂਦਾ। ਜੇਕਰ ਅਸੀਂ ਇਕੱਲੇ ਤੁਰਨਾ ਚਾਹੀਏ ਔਖਾ। ਹਾਂ ਜੀ, ਅੱਜ ਅਸੀਂ 20 ਬੰਦੇ ਬੈਠੇ ਹਾਂ, 20 ਨੂੰ 10 ਤੁਰਨਾ ਚਾਹੁੰਦੇ ਹਾਂ ਤਾਂ ਟੁੱਟਦੇ ਨਹੀਂ, ਕਿਉਂਕਿ ਸਾਡੇ ਕੋਲ ਜਿਹੜੀ ਜਥੇਬੰਦੀ ਉਹ ਇੱਕ ਧੇਰਾ ਸੀ, ਉਹਦੇ ਨਾਲ ਰਲ ਕੇ ਹੌਲੀ ਹੌਲੀ ਸਾਡੇ ਨਾਲ ਜਿਹੜੇ ਸਰੀਰ ਹੈ ਉਹ ਰਲੀ ਜਾਣੇ ਆ। ਜੋ ਬੋਲਣ ਦਾ ਮਕਸਦ ਸੀ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਮੇਰਾ ਪਰਮ ਮਿੱਤਰ ਜੀ ਜਗਦੀਪ ਸਿੰਘ, ਸਾਡੀ ਸਾਂਝ ਫੋਨ ਤੋਂ, ਰਬਾਬ ਤੋਂ, ਕਿਰਪਾਨ ਜਿਹੜਾ ਗਰੁੱਪ ਚੱਲਦਾ ਹੈ, ਉਹਦੇ ਦੁਆਰਾ ਬੜੇ ਚਿਰ ਦੀ ਸਾਂਝ ਹੈ। ਵਿਚਾਰਾਂ ਹੁੰਦੀਆਂ ਵੀ ਰਹਿੰਦੀਆਂ, ਉਹਦੇ 'ਚ ਬੜਾ ਕੁਝ ਸਿੱਖਣ ਨੂੰ ਮਿਲਦਾ। ਆਪ ਜੀ ਨੂੰ ਬੇਨਤੀ ਹੈ, ਜੇ ਐਡ ਹੋਣਾ ਚਾਹੋਗਾ ਉਹ ਜਗਦੀਪ ਸਿੰਘ ਤੋਂ ਮਿਲ ਕੇ ਹੋਊ। ਰਚਨਾਵਾਂ ਅਸੀਂ ਆਪਸ ਦੇ ਵਿੱਚ ਸਾਂਝੀਆਂ ਕਰਦੇ ਰਹਿੰਦੇ ਹਾਂ, ਪਰ ਅੱਜ ਬਾਹਰ ਜਿਹੜੀਆਂ ਕਵਿਤਾਵਾਂ ਲੱਗੀਆਂ, ਪਹਿਲਾਂ ਮੈਂ ਇੱਕ ਛੋਟਾ ਜਿਹਾ ਸਵਾਲ ਕਰ ਲਵਾਂ, ਕਿੰਨੇ ਕੁ ਵੀਰ ਜਿਨ੍ਹਾਂ ਨੇ ਕਵਿਤਾਵਾਂ ਪੜ੍ਹੀਆਂ? ਬਹੁਤ ਵਧੀਆ ਗੱਲ ਹੈ। ਦੂਸਰੀ ਗੱਲ ਇਹ ਕਿ ਜਿਨ੍ਹਾਂ ਸੱਜਣਾ ਨੇ ਉਹ ਰਚਨਾਵਾਂ, ਉਹ ਕਵਿਤਾਵਾਂ ਨਹੀਂ ਪੜ੍ਹੀਆਂ, ਉਹ ਜ਼ਰੂਰ ਪੜ੍ਹਨਾ। ਕਈ ਵਾਰ ਸਾਡੇ ਲੋਕਾਂ ਨੂੰ ਕੀ ਹੁੰਦਾ, ਸਾਨੂੰ ਕੀ ਹੁੰਦਾ, ਸਾਡੇ ਇੱਕ ਅਖਾਣ ਪ੍ਰਸਿੱਧ ਹੈ, ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ। ਨਹੀਂ, ਸਿੱਧ ਸਾਡੇ ਪਿੰਡਾਂ ਵਿੱਚੋਂ ਵੀ ਹੋ ਜਾਂਦੇ ਨੇ, ਸਾਡੇ ਘਰਾਂ ਵਿੱਚੋਂ, ਸਾਡੀ ਹੰਸ ਵਿੱਚੋਂ ਹੋ ਜਾਂਦੇ ਨੇ। ਸੋ ਆਓ ਇੱਕ ਕਵਿਤਾ, ਸਾਰੀਆਂ ਕਵਿਤਾਵਾਂ ਅਸੀਂ ਸਾਂਝੀਆਂ ਕਰਦੇ ਹਾਂ, ਪਰ ਉਹ ਕਵਿਤਾ ਮੈਨੂੰ ਬੜੀ ਵਧੀਆ ਲੱਗੀ। ਤਾਂ ਆਪਾਂ ਇਤਿਹਾਸ ਦੇ ਨਾਲ ਸਾਂਝ ਪਾ ਕੇ ਵਡਿਆਈ ਗੁਰੂ ਦੀ ਕਰਨੀ ਹੈ। ਇਹ ਭੁਲੇਖਾ ਨਾ ਪੈ ਜਾਵੇ ਕਿਸੇ ਵੀਰ ਨੂੰ ਵੀ ਜਗਦੀਪ ਸਿੰਘ ਮੇਰਾ ਮਿੱਤਰ ਆ, ਉਹਦੀ ਵਡਿਆਈ ਕਰਨੀ ਹੈ। ਇਹ ਨਹੀਂ, ਗੁਰੂ ਦੀ ਵਡਿਆਈ ਕਰਨੀ ਹੈ। ਅਸੀਂ ਕੋਸ਼ਿਸ਼ ਕਰਦੇ ਹਾਂ ਉਸ ਕਵਿਤਾ ਨੂੰ ਜਿਹੜਾ ਇਤਿਹਾਸਕ ਰੰਗ ਦਿੱਤਾ ਜਾਵੇ। ਕਵਿਤਾ ਸਾਂਝੀ ਕਰਦੇ ਹਾਂ। ਹਰਾਉਣ ਆਏ ਸਾਥੋਂ ਹਰ ਜਾਂਦੇ ਨੇ, ਮਾਰਨ ਆਏ ਸਾਨੂੰ ਮਰ ਜਾਂਦੇ ਨੇ, ਡਰਾਉਣ ਆਏ ਸਾਥੋਂ ਡਰ ਜਾਂਦੇ ਨੇ। ਮੋਢੀਆ ਇੱਕ ਵਾਰੀ ਕੋਸ਼ਿਸ਼ ਕਰਕੇ ਦੇਖ, ਜੋ ਸ਼ਰਨ ਆਏ ਸਾਡੀ ਉਤਰ ਜਾਂਦੇ। ਇਹ ਕਵਿਤਾ ਦੇ ਬੋਲ ਤੁਸੀਂ ਸਾਂਝੇ ਕਰੇ। ਮਾਰਨ ਆਏ ਸਾਨੂੰ ਮਰ ਜਾਂਦੇ ਨੇ, ਇਸ ਜਿਹੜੀਆਂ ਸਤਰਾਂ ਦੇ ਉੱਪਰ ਆਪਾਂ 5-7 ਮਿੰਟ ਦਾ ਸਮਾਂ ਵਿਚਾਰ ਕਰਨੀ ਹੈ ਜੀ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਫੌਜਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ, ਬੇਸ਼ੱਕ ਸਿੱਖ ਕੌਮ ਦੇ ਵਿੱਚ ਹਥਿਆਰਬੰਦ ਹੋਣਾ, ਸ਼ਸਤਰ ਰੱਖਣੇ 6ਵੇਂ ਪਾਤਸ਼ਾਹ ਮਹਾਰਾਜ ਨੇ ਸ਼ੁਰੂ ਕੀਤੇ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ 9ਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਫੌਜਾਂ ਰੱਖੀਆਂ। ਤਾਂ ਪਹਾੜੀ ਰਾਜੇ, ਉਹਨਾਂ ਨੂੰ ਇਹ ਚੰਗਾ ਨਹੀਂ ਲੱਗਿਆ। ਹਮੇਸ਼ਾ ਧਰਮ ਦਾ ਤੇ ਰਾਜਨੀਤੀ ਦਾ ਆਪਸ ਦੇ ਵਿੱਚ ਵੈਰ ਹੀ ਰਿਹਾ, ਕਿਉਂਕਿ ਧਰਮ ਹਮੇਸ਼ਾ ਕਹਿੰਦਾ ਸੱਚ
ਵੀ ਜਿਵੇਂ ਵੀ ਮਰਜ਼ੀ ਹੋਵੇ ਸਾਨੂੰ ਕੱਖ ਦੀ ਲੋੜ ਆ, ਧਰਮ ਨੂੰ ਇਹ ਹੁੰਦਾ ਸਾਨੂੰ ਮਰਦਾਂ ਦੀ ਲੋੜ ਆ, ਸਾਨੂੰ ਸੂਰਮਿਆਂ ਦੀ ਲੋੜ ਆ। तो पहाड़ी राजा ने मुगल दरबार ਦੇ ਵਿੱਚ ਇਹ ਬੇਨਤੀ ਕੀਤੀ ਕਿ ਸਿੱਖਾਂ ਦਾ ਗੁਰੂ ਫੌਜਾਂ ਰੱਖ ਰਿਹਾ, ਘੋੜੇ ਰੱਖ ਰਿਹਾ, ਪਹਿਲਾਂ ਵੀ ਇਹਨਾਂ ਨੇ ਬੜੀਆਂ ਬਗਾਵਤਾਂ ਕੀਤੀਆਂ ਨੇ, ਹੋ ਸਕਦਾ ਇਹਨਾਂ ਤੇ ਨੱਥ ਪਾਈ ਜਾਵੇ। ਮੁਗਲ ਦਰਬਾਰ ਦੇ ਵਿੱਚ ਸਭਾ ਬੁਲਾਈ ਗਈ, ਜਰਨੈਲਾਂ ਦੀ ਸਭਾ। ਉਸ ਸਭਾ ਦੇ ਵਿੱਚ ਪਾਨ ਦਾ ਬੀੜਾ ਰੱਖਿਆ ਗਿਆ, ਸ਼ਮਸ਼ੀਰ ਰੱਖੀ ਗਈ। ਇਹ ਅਨਾਉਂਸ ਕੀਤਾ ਗਿਆ ਹੈ ਕੋਈ ਜਰਨੈਲ ਜੋ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਜਾਂ ਮੁਰਦਾ ਫੜ ਕੇ ਮੁਗਲ ਦਰਬਾਰ ਦੇ ਵਿੱਚ ਪੇਸ਼ ਕਰੇ, ਕੋਈ ਐਸਾ ਜਰਨੈਲ ਹੈ। ਹੁਣ ਜਰਨੈਲ ਤੇ ਬੜੇ ਸੀ, ਖਾਨਦਾਨੀ ਜਰਨੈਲ ਸੀ, ਬੜੇ ਤੇਗ ਦੇ ਧਨੀ ਸੀ, ਪਰ ਜਾਣਾ ਕਿਹਦੇ ਵਿਰੁੱਧ ਹੈ, ਇਹ ਗੱਲ ਬੜੀ ਮਾਇਨੇ ਰੱਖਦੀ ਹੈ। ਨਿਸ਼ਾਨੇਬਾਜ਼ ਬੜੇ ਸੀ, ਨੇਜੇਬਾਜ਼ ਬੜੇ ਸੀ, ਪਰ ਜਦੋਂ ਗੁਰੂ ਗੋਬਿੰਦ ਸਿੰਘ ਸ਼ਬਦ ਅੱਗੇ ਆਇਆ, ਗੋਬਿੰਦ ਰਾਏ ਸ਼ਬਦ ਅੱਗੇ ਆਇਆ, ਨੀਵੀਆਂ ਪੈ ਗਈਆਂ, ਪਰ ਫਿਰ ਵੀ ਇੱਕ ਜਰਨੈਲ 32 ਸਾਲਾਂ ਦਾ ਉੱਠਿਆ। ਉਸਨੇ ਮੁਗਲ ਦਰਬਾਰ ਦੇ ਵਿੱਚ ਕਸਮ ਚੁੱਕੀ ਕਿ ਮੈਂ ਸਿੱਖਾਂ ਦੇ ਗੁਰੂ ਨੂੰ ਜਿਉਂਦਾ ਫੜ ਕੇ ਮੁਗਲ ਦਰਬਾਰ ਦੇ ਵਿੱਚ ਪੇਸ਼ ਕਰਾਂ। ਤੋਂ ਬਹੁਤਾ ਸਮਾਂ ਨਾ ਲੈਂਦੇ ਹੋਏ ਮੁਗਲ ਸਰਕਾਰ ਨੇ ਉਸ ਨੂੰ ਫੌਜ ਦਿੱਤੀ 10,000। ਰਸਤੇ ਦੇ ਵਿੱਚ ਜਾਂਦਾ ਹੋਇਆ ਉਹ ਆਪਣੀ ਭੈਣ ਦੇ ਘਰ ਉਹਨੇ ਥੋੜਾ ਟਿਕਾਓ ਕੀਤਾ, ਪ੍ਰਸ਼ਾਦੇ ਪਾਣੀ ਦਾ ਅਰੇਂਜ ਕੀਤਾ। ਬੇਸ਼ੱਕ ਅਰਦਾਸ ਇਹਨਾਂ ਕਵਿਤਾ ਦੇ ਨਾਲ ਅਰਦਾਸ ਦਾ ਮੈਟਰ ਜਿਹੜਾ ਉਹ ਰਿਲੇਟਡ ਨਹੀਂ, ਪਰ ਫਿਰ ਵੀ ਅਸੀਂ ਇੱਕ ਸੰਸਥਾ ਬਣਾਉਣ ਲੱਗੇ ਹਾਂ, ਸਾਡੀ ਸੰਸਥਾ ਚੱਲਦੀ ਹੈ, ਸੇਵਾ ਕਰਨ ਲੱਗੇ ਹਾਂ, ਅਰਦਾਸ ਵੀ ਬੜੀ ਜ਼ਰੂਰੀ ਹੈ। ਮੋਟਾ ਜਿਹਾ ਦੱਸਦਿਆਂ ਜੋ ਭੈਣ ਨੇ ਕਿਹਾ, ਵੀਰਾ ਬੜਾ ਵੱਡਾ ਜਰਨੈਲ ਬਣ ਗਿਆ, ਉਹ ਬੜੀਆਂ ਫੌਜਾਂ, ਹਾਥੀ ਘੋੜੇ, ਨਾਮ ਲਸ਼ਕਰ, ਕਿੱਧਰ ਦੀ ਤਿਆਰੀ ਹੈ? ਤੇ ਸੈਦ ਖਾਨ ਨੇ ਕਿਹਾ, ਭੈਣੇ ਇੱਥੇ ਅਨੰਦਪੁਰ ਦੀ ਧਰਤੀ ਤੇ ਸਿੱਖਾਂ ਦਾ ਗੁਰੂ ਬਣ ਬੈਠਾ, ਆਪਣੇ ਆਪ ਨੂੰ ਗੁਰੂ ਕਹਾਉਂਦਾ, ਨੂੰ ਫੜ ਕੇ ਲੈ ਕੇ। ਭੈਣ ਨੇ ਮਨਾ ਕੀਤਾ, ਕਿਹਾ ਗੁਰੂ ਗੋਬਿੰਦ ਸਿੰਘ ਕੋਈ ਆਮ ਵਿਅਕਤੀ ਨਹੀਂ, ਉਹ ਅੱਲਾਹ ਦੀ ਰੂਹ ਹੈ, ਖੁਦ ਖੁਦਾ ਹੈ। ਰੱਬ ਦਾ ਵਾਸਤਾ ਜੇ ਗੁਰੂ ਦੇ ਦਰ ਤੇ ਜਾਣਾ ਤੇ ਮੋਢੇ ਤੇ ਤਸਕਰ ਤੰਗ ਕੇ ਨਾ ਜਾ, ਤੀਰ ਤੰਗ ਕੇ ਨਾ ਜਾ, ਗਲ ਦੇ ਵਿੱਚ ਪੱਲਾ ਪਾ ਕੇ ਜਾ। ਪਰ ਹੰਕਾਰੀ ਮਨ ਨੇ ਭੈਣ ਦੀ ਇੱਕ ਨਾ ਸੁਣੀ, ਫੌਜਾਂ ਲੈ ਕੇ ਚੜ੍ਹਾਈ ਕਰ ਦਿੱਤੀ। ਚੜ੍ਹਾਈ ਕਰਨ ਤੋਂ ਪਹਿਲਾਂ 13-14 ਮੀਲ ਦੀ ਵਿੱਥ ਤੇ ਪੜਾਅ ਕੀਤਾ। ਜਿਵੇਂ ਹੁਣ ਏਜੰਸੀਆਂ ਸਾਡੀ ਕੌਮ ਨੂੰ, ਸਾਡੇ ਸਮਾਜ ਨੂੰ ਖਤਮ ਕਰਨ ਦੇ ਲਈ ਪਹਿਲਾਂ ਡਾਟਾ ਤਿਆਰ ਕਰਦੀਆਂ ਪਿੰਡਾਂ ਦੇ ਵਿੱਚੋਂ, ਕਿੰਨੇ ਸਿੱਖ ਹੈ, ਕਿੰਨੇ ਹਿੰਦੂ, ਕਿੰਨੇ ਈਸਾਈ ਹੈ, ਕਿੰਨੇ ਕੇਸਾਧਾਰੀ ਸਾਡੀ ਕੌਮ ਕੋਲ ਨਹੀਂ। ਸਾਡੇ ਪਿੰਡ ਵੀ ਇਹ ਗੱਲ ਅਸੀਂ ਸ਼ੁਰੂ ਕੀਤੀ ਸੀ, ਪਰਫਾਰਮੈਂਸ ਪ੍ਰਿੰਟ ਹੋਏ ਪਏ ਆ। ਸਾਨੂੰ ਖੁਦ ਨੂੰ ਪਤਾ ਨਹੀਂ ਸਾਡੇ ਪਿੰਡ ਵਿੱਚ ਕਿੰਨੇ ਬੱਚੇ ਕੇਸਾਧਾਰੀ ਨੇ, ਕਿੰਨੇ ਬੱਚਿਆਂ ਦਾ ਅੰਮ੍ਰਿਤ ਛਕਿਆ, ਕਿੰਨੇ ਵੀਰਾਂ ਨੇ ਅੰਮ੍ਰਿਤ ਛਕ ਕੇ ਛੱਡ ਦਿੱਤਾ, ਕਿਹੜੀ ਭਾਸ਼ਾ ਸਾਡੇ ਪਿੰਡ ਦੇ ਵਿੱਚ ਬੋਲੀ ਜਾਂਦੀ ਹੈ, ਕਿਹੜੇ ਗੁਟਕਾ ਸਾਹਿਬ ਸਾਡੇ ਪਿੰਡ ਦੇ ਵਿੱਚ ਕਮੇਟੀ ਨੂੰ ਵੀ ਨਾਮ ਕਰਨਾ ਨਹੀਂ ਪਤਾ ਹੁੰਦਾ ਵੀ ਕਿੰਨਾਂ ਦੀਆਂ ਲਿਖੀਆਂ ਰਚਨਾਵਾਂ ਸਾਡੀਆਂ ਅਲਮਾਰੀਆਂ ਦੇ ਵਿੱਚ ਪਈਆਂ। ਅਸੀਂ ਇਸ ਚੀਜ਼ ਤੋਂ ਹੋ ਰਹੇ ਹਾਂ। ਹੈ ਸਾਡੀ ਮੰਦਭਾਗੀ ਇਹ ਕਿਸਮਤ ਦਾ ਜਿਹੜਾ ਐਸਾ ਸਮਾਂ ਹੋ ਗਿਆ, ਸਾਨੂੰ ਇਹ ਨਹੀਂ ਪਤਾ ਸਾਡੇ ਖਜ਼ਾਨੇ ਦੇ ਵਿੱਚ ਪਿਆ ਕੀ ਹੈ, ਸਾਨੂੰ ਇਹ ਨਹੀਂ ਪਤਾ ਸਾਡੇ ਬੱਚਿਆਂ ਦੇ ਲਈ, ਸਾਡੀ ਕੌਮ ਦੇ ਲਈ, ਸਾਡੀ ਅੰਸ਼ ਵੰਸ਼ ਦੇ ਲਈ ਪਰੋਸਿਆ ਕੀ ਜਾਂਦਾ। ਆਪਾਂ ਗੱਲ ਇੱਥੇ ਲੈ ਕੇ ਆਈਏ ਉਹੀ ਏਜੰਸੀਆਂ। ਅੱਜ ਜਿਹੜਾ ਸ਼ਬਦ CID ਵਰਤਿਆ ਗਿਆ ਉਹ ਸੂਈਆ ਸ਼ਬਦ ਪ੍ਰਚਲਿਤ ਸੀ, ਭੇਜੇ ਗਏ, ਪਤਾ ਕੀਤਾ ਗਿਆ ਕਿ ਪਤਾ ਕਰੋ ਗੁਰੂ ਗੋਬਿੰਦ ਸਿੰਘ ਕੋਲੇ ਕਿੰਨੀ ਕੁ ਸੈਨਾ ਹੈ, ਕਿਉਂਕਿ ਨਾਮ ਬੜਾ ਵੱਡਾ ਸੀ, ਨਾਮ ਬੜਾ ਵੱਡਾ ਹੈ ਤੇ ਵੱਡਾ ਹੀ ਰਹਿਣਾ। ਉਹ ਸੂਈਓ ਨੇ ਆ ਕੇ ਦੱਸਿਆ ਵੀ 700 ਸਿੰਘ ਨੇ ਜੀ ਗੁਰੂ ਦੇ ਪਾਸ, ਤੇ ਬੜਾ ਖੁਸ਼ ਹੋਇਆ, ਕਹਿੰਦਾ 7 ਘੰਟਿਆਂ ਦਾ ਕੰਮ ਹੈ, ਗੁਰੂ ਨੂੰ ਮੈਂ ਫੜ ਕੇ ਬੰਦੀ ਬਣਾ ਕੇ ਮੁਗਲ ਦਰਬਾਰ ਦੇ ਵਿੱਚ ਪੇਸ਼ ਕਰਾਂਗਾ। ਜਿਹੜੀ ਆਪਾਂ ਗੱਲ ਦੀ ਪਕੜ ਰੱਖਣੀ ਹੈ, ਹਰਾਉਣ ਆਏ ਸਾਨੂੰ, ਸਾਥੋਂ ਹਰ ਗਏ। ਭਾਵ ਕੀ ਹੈ, ਜਿਨ੍ਹਾਂ ਨੇ ਵੀ ਸਾਡੇ ਤੇ ਚੜ੍ਹਾਈ ਕਰੀ, ਹਮਲੇ ਕਰੇ, ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਕੇਂਦਰੀ ਭਾਵ ਨੂੰ ਆਪਾਂ ਲੈ ਕੇ ਚੱਲਣਾ। ਹਮਲਾ ਕਰ ਦਿੱਤਾ। ਹਮਲਾ ਕਰਨ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਤੀਰ ਪਲਕ ਦੇ ਪਾਵੇ ਦੇ ਵਿੱਚ ਮਾਰਿਆ, ਚੌਕ ਗਿਆ ਭੈਣ ਦੀਆਂ ਉਹ ਗੱਲਾਂ ਯਾਦ ਆ ਗਈਆਂ ਕਿ ਭੈਣ ਕਹਿੰਦੀ ਸੀ ਗੁਰੂ ਗੋਬਿੰਦ ਸਿੰਘ ਕੋਈ ਆਮ ਵਿਅਕਤੀ ਨਹੀਂ। ਸ਼ਰਧਾ ਬੜੀ ਵੱਡੀ ਚੀਜ਼ ਹੈ, ਪਰ ਹੰਕਾਰ ਉਦੋਂ ਵੀ ਭੈੜੀ ਚੀਜ਼ ਹੈ।
ਹੰਕਾਰੀ ਮਨ ਨੇ ਕਿਹਾ ਨਹੀਂ, ਇਹ ਤੀਰ ਗੁਰੂ ਦਾ ਨਹੀਂ। ਵਜ਼ੀਰਾਂ ਨੇ ਕਿਹਾ, ਜਦੋਂ ਲੋਕ ਦੇਖੀ, ਲੋਕ ਦੇ ਉੱਪਰ ਸਿਉਣਾ ਲੱਗਿਆ ਸੀ, ਇਹ ਕਿਸੇ ਸ਼ਿਕਾਰੀ ਦਾ, ਕਿਸੇ ਆਮ ਰਾਜੇ ਦਾ, ਕਿਸੇ ਸਿਪਾਹੀ ਦਾ ਤੀਰ ਨਹੀਂ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਮਾਨ ਦੇ ਵਿੱਚੋਂ ਉਹਨਾਂ ਦੇ ਪਾਵਨ ਹੱਥਾਂ ਦੇ ਨਾਲ ਛੱਡਿਆ ਹੋਇਆ ਤੀਰ ਹੈ। ਫਿਰ ਮਨ ਦੇ ਵਿੱਚ ਸਹਿਮ ਆਇਆ, 13 ਮੀਲ ਦੀ ਵਿੱਥ ਤੇ ਤੀਰ, ਗੁਰੂ ਗੋਬਿੰਦ ਸਿੰਘ ਪੱਕਾ ਕਰਾਮਾਤੀ ਹੋਵੇਗਾ। ਹੁਣ ਇਹ ਗੱਲ ਚੱਲਣ ਲੱਗ ਗਈ, ਜਿੱਥੇ ਕਹਿੰਦਾ ਸੀ ਗੁਰੂ ਨੂੰ ਫੜ ਕੇ ਲੈ ਜਾਣਾ, ਬੰਦੀ ਬਣਾ ਕੇ ਲੈ ਜਾਣਾ, ਮਾਰ ਦੇਣਾ, ਉੱਥੇ ਇਹ ਗੱਲ ਤੇ ਘੁੰਮਣ ਲੱਗ ਗਈ ਡਰ ਦੇ ਨਾਲ ਵੀ ਗੁਰੂ ਗੋਬਿੰਦ ਸਿੰਘ ਕਰਾਮਾਤੀ ਹੈ। ਇਹਨੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਦੂਸਰਾ ਤੀਰ ਬਖਸ਼ਿਆ ਤੇ ਉਹਦੇ ਨਾਲ ਇੱਕ ਪੱਤਰ ਸੀ ਜਿਹਦੇ ਤੇ ਲਿਖਿਆ ਸੈਦ ਖਾਨ, ਗੁਰੂ ਗੋਬਿੰਦ ਸਿੰਘ ਕਰਾਮਾਤੀ ਨਹੀਂ। ਇਹ ਤੀਰ ਸ਼ਸਤਰ ਵਿਦਿਆ ਦੇ ਅਭਿਆਸ ਦੇ ਨਾਲ ਲਾਇਆ ਗਿਆ। ਜੇ ਮੈਂ ਚਾਹੁੰਦਾ ਤੇ ਪਲਕ ਦੀ ਬਜਾਏ ਇਸ ਤੀਰ ਨਾਲ ਤੇਰੀ ਛਾਤੀ ਜਾਂ ਤੇਰਾ ਮੱਥਾ ਵੀ ਖੀਚ ਸਕਦਾ ਸੀ। ਹੁਣ ਫਿਰ ਖੌਫ ਪੈਦਾ ਹੋਇਆ। ਮਹਾਰਾਜ ਨੇ ਲਿਖਿਆ, ਇਹ ਤੀਰ ਮੈਂ ਨਹੀਂ, ਮੇਰੇ ਜਥੇ ਦੇ ਵਿੱਚ ਰਹਿੰਦਾ ਕੱਲਾ ਕੱਲਾ ਸਿੰਘ 13 ਮੀਲ ਦੇ ਤੀਰ ਦਾ ਨਿਸ਼ਾਨਾ ਲਾ ਸਕਦਾ। ਫਿਰ ਹੰਕਾਰ ਦੇ ਵਿੱਚ ਉੱਠਿਆ। ਉਧਰਲੇ ਪਾਸੋਂ ਭੈਣ ਨੇ ਇਹ ਅਰਦਾਸ ਕਰੀ ਹੈ, ਬੇਸ਼ੱਕ ਕਵਿਤਾ ਦੇ ਵਿੱਚ ਅਰਦਾਸ ਦੀਆਂ ਪੰਕਤੀਆਂ ਨਹੀਂ, ਪਰ ਸਿੱਖਾਂ ਦਾ ਜਦੋਂ ਇਤਿਹਾਸ ਲਿਖਿਆ ਗਿਆ, ਇਤਿਹਾਸ ਪੜ੍ਹਿਆ ਜਾਂਦਾ, ਸਿੱਖ ਖੁਸ਼ੀ ਗਮੀ ਕਿਤੇ ਵੀ ਇਕੱਠੇ ਹੁੰਦੇ ਆ, ਅਰਦਾਸ ਬੜੀ ਜ਼ਰੂਰੀ। ਉਧਰੋਂ ਮਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੈਦ ਕਰਨਾ, ਇਧਰੋਂ ਭੈਣ ਅਰਦਾਸਾਂ ਕਰਦੀ ਹੈ, ਮਹਾਰਾਜ ਸੱਚੇ ਪਾਤਸ਼ਾਹ ਮੇਰਾ ਭਰਾ ਅਣਜਾਣ ਹੈ, ਨਾਦਾਨ ਹੈ, ਕੀ ਹੋ ਗਿਆ, ਫੌਜਾਂ ਦਾ ਜਰਨੈਲ ਹੈ, ਪਰ ਅਧਿਆਤਮਿਕ ਪੱਧਰ ਤੋਂ ਬਿਲਕੁਲ ਕੋਰਾ, ਕਿਰਪਾ ਕਰੋ ਇਹਨੂੰ ਜਾਨੋਂ ਨਾ ਮਾਰੇ। ਉਧਰਲੇ ਪਾਸੇ ਚੜ੍ਹਾਈ ਕਰ ਦਿੱਤੀ ਸੈਦ ਖਾਨ ਨੇ, ਜੰਗ ਹੋਇਆ, ਜੰਗ ਮਚ ਰਿਹਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖਾਂ ਨੂੰ ਘੋੜਾ ਤਿਆਰ ਕਰਕੇ ਲਿਆਉਣ ਦੇ ਲਈ ਕਿਹਾ। ਮਹਾਰਾਜ ਘੋੜੇ ਦੇ ਉੱਪਰ ਸਵਾਰ ਹੋਏ। ਸੈਦ ਖਾਨ ਮਨ ਦੇ ਵਿੱਚ ਕਹਿ ਰਿਹਾ, ਜੇ ਹੈ ਐਡਾ ਹੀ ਜਰਨੈਲ ਹੈ, ਗੁਰੂ ਐਡਾ ਹੀ ਯੋਧਾ, ਲੋਕਾਂ ਦੇ ਪੁੱਤ ਕਿਉਂ ਮਰਵਾ ਰਿਹਾ, ਕਿਉਂ ਨਾ ਆਪਾਂ ਆਈਏ, ਦੋ ਹੱਥ ਚਾਰ ਕਰ ਲਈਏ। ਇੱਕ ਆਮ ਸਧਾਰਨ ਜਰਨੈਲਾਂ ਦੀ ਲੜਾਈ ਹੈ ਜਿਨ੍ਹਾਂ ਨੂੰ ਰਾਜਨੀਤੀ ਆਉਂਦੀ ਹੈ, ਪਰ ਇਸ ਵਾਰ ਸੈਦ ਖਾਨ ਦੀ ਲੜਾਈ ਕਿਹਦੇ ਨਾਲ ਹੈ? ਘਟ ਕੇ ਅੰਦਰ ਕੀ ਜਾਨ ਭਲੇ ਬੁਰੇ ਕੀ ਪੀਰ ਪਛਾਣ। ਉਹ ਤੇਰੇ ਤੀਰਾਂ, ਤੇਰੀਆਂ ਤੋਪਾਂ, ਤੇਰੀਆਂ ਤਲਵਾਰਾਂ ਤੋਂ ਨਹੀਂ ਡਰਦਾ, ਕਿਉਂਕਿ ਉਹ ਤੇਰੇ ਅੰਦਰ ਦੀ ਜਾਣਦਾ ਹੈ। ਜਦੋਂ ਸੈਦ ਖਾਨ ਦੇ ਮਨ ਦੇ ਵਿੱਚ ਇਹ ਵਿਚਾਰ ਆਇਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਘੋੜਾ ਛੇੜਿਆ, ਸੈਦ ਖਾਨ ਦੇ ਬਿਲਕੁਲ ਸਾਹਮਣੇ ਕਰ ਦਿੱਤਾ। ਮਹਾਰਾਜ ਕਹਿੰਦੇ, ਸੈਦ ਖਾਨ, ਇਹ ਜੋ ਸਰੀਰ ਤੂੰ ਦੇਖ ਰਿਹਾ, ਇਸ ਨੂੰ ਸੰਗਤ ਪਿਆਰ ਦੇ ਨਾਲ ਗੋਬਿੰਦ ਸਿੰਘ ਕਹਿੰਦੀ ਹੈ। ਸੈਦ ਖਾਨ ਬੜਾ ਖੁਸ਼ ਹੋਇਆ ਕਿ ਏਡਾ ਪੂਰਾ ਜਰਨੈਲ ਮੈਦਾਨੇ ਜੰਗ ਦੇ ਵਿੱਚ ਮੇਰੇ ਸਾਹਮਣੇ ਆ ਗਿਆ, ਕੋਈ ਡਿਫੈਂਸ ਦੇ ਲਈ ਕੁਛ ਨਹੀਂ, ਨਾ ਬਾਹਰ ਕਰਨ ਦੀ ਪੋਜੀਸ਼ਨ ਦੇ ਵਿੱਚ ਹੈ, ਤੇ ਮੈਨੂੰ ਆ ਕੇ ਇਹ ਕਹਿ ਰਿਹਾ ਕਿ ਮੈਂ ਗੁਰੂ ਹਾਂ। ਸੈਦ ਖਾਨ ਨੇ ਆਪਣੇ ਪੱਥੇ ਦੇ ਵਿੱਚੋਂ ਤੀਰ ਕੱਢਿਆ, ਅਰਦਾਸ ਚੇਤੇ ਰੱਖਣੀ ਹੈ। ਉਧਰਲੇ ਪਾਸੋਂ ਫੇਰ ਭੈਣ ਅਰਦਾਸ ਕਰਦੀ ਹੈ, ਸਤਿਗੁਰੂ ਕਿਰਪਾ ਕਰੀ ਮੇਰੇ ਭਰਾ ਨੂੰ ਜਾਨੋਂ ਨਾ ਮਾਰੀ। ਤੀਰ ਕੱਢ ਕੇ ਤੰਦੀ ਥੋੜੀ ਜਿਹੀ ਖਿੱਚੀ ਆ, ਪਾਤਸ਼ਾਹ ਨੇ ਘੋੜਾ ਹੋਰ ਨੇੜੇ ਕਰਤਾ। ਸੈਦ ਖਾਨ ਨੇ ਤੰਦੀ ਥੋੜੀ ਜਿਹੀ ਹੋਰ ਖਿੱਚੀ ਹੈ, ਮਹਾਰਾਜ ਨੇ ਘੋੜਾ ਛੇੜਿਆ, ਸੈਦ ਖਾਨ ਨੇ ਬਿਲਕੁਲ ਸਾਹਮਣੇ ਕਰਤਾ, ਹੱਥ ਕੰਮਣ ਲੱਗ ਗਏ। ਕਵਿਤਾ ਚੇਤੇ ਰੱਖਣੀ ਹੈ, ਜੋ ਮਾਰਨ ਆਏ ਸਾਨੂੰ, ਅਸੀਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅੰਸ਼-ਬੰਸ ਹਾਂ, ਅਸੀਂ ਵੀ ਸਿੱਖ ਹਾਂ, ਖਾਲਸਾ ਗੁਰੂ ਦਾ ਪੁੱਤਰ ਹੈ। ਕਵਿਤਾ ਦੇ ਵਿੱਚੋਂ ਅਸੀਂ ਕੀ ਲੱਭਣਾ, ਸਾਡਾ ਪਿਛੋਕੜ ਕੀ ਹੈ, ਜੋ ਮਾਰਨ ਆਏ ਸਾਨੂੰ। ਕਵਿਤਾ ਆਪਾਂ ਨਾਲ ਲੈ ਕੇ ਚੱਲਣੀ ਹੈ, ਜਿਹੜੇ ਸਾਨੂੰ ਮਾਰਨ ਆਏ ਸੀ ਉਹ ਆਪਾਂ ਪਿੱਛੇ ਫਲੈਸ਼ਬੈਕ ਵਿੱਚ ਦੇਖਣਾ, ਅਸੀਂ ਕੀ ਕਰ ਸਕਦੇ ਹਾਂ, ਅਸੀਂ ਕਿਹਦੇ ਪੁੱਤਰ ਹਾਂ। ਹਾਂ, ਇਹ ਵੱਖਰੀ ਗੱਲ ਹੈ ਕਿ ਅਸੀਂ ਕਿੰਨੇ ਕੋ ਪੁੱਤਰ ਹਾਂ। ਪੁੱਤਰ ਤੇ 4-5 ਹੁੰਦੇ ਆ, ਕਈ ਬੜੇ ਨੇੜੇ ਦੇ ਵੀ ਹੁੰਦੇ ਆ, ਕਈ ਲਾਡਲੇ ਵੀ ਹੁੰਦੇ ਆ, ਮਾਫ ਕਰਨਾ ਕਈ ਉਹ ਵੀ ਹੁੰਦੇ ਆ ਜਿਨ੍ਹਾਂ ਨੂੰ ਮਾਂ ਪਿਓ ਆ ਕੇ ਬੇਦਖਲੀ ਲਿਖਾ ਦਿੰਦਾ। ਫਿਰ ਇਤਿਹਾਸ ਦੇ ਉੱਪਰ ਆਈਏ ਤੇ ਸੈਦ ਖਾਨ ਕਹਿਣ ਲੱਗਿਆ, ਇੰਨਾ ਨੇੜੇ ਆ ਗਿਓ, ਇੰਨੀ ਨੇੜੋਂ ਤੀਰ ਨੇ ਕੀ ਮਾਰ ਕਰਨੀ ਹੈ। ਭੈਣ ਦੀਆਂ ਗੱਲਾਂ ਯਾਦ ਆਈਆਂ, ਗੁਰੂ ਗੋਬਿੰਦ ਸਿੰਘ ਕੋਈ ਸਧਾਰਨ ਵਿਅਕਤੀ ਨਹੀਂ, ਉਹ ਖੁਦ ਖੁਦਾਏ। ਉਧਰਲੇ ਪਾਸੋਂ ਹੋਰ ਤੰਦੀ ਖਿੱਚੀ ਤੇ ਘੋੜਾ ਬਾਦਸ਼ਾਹ ਨੇ ਬਿਲਕੁਲ ਐਨ ਨਜ਼ਦੀਕ ਕਰਕੇ ਖੜਾ ਦਿੱਤਾ। ਤੇ ਫਿਰ ਸੈਦ ਖਾਨ ਨੇ ਕਾਹਦਾ ਤੀਰ ਛੱਡਣਾ ਸੀ, ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਨਦਰ ਦਾ ਤੀਰ ਛੱਡਿਆ, ਮਿਹਰ ਦਾ ਤੀਰ ਛੱਡਿਆ, ਰਹਿਮਤ ਦਾ ਤੀਰ
ਛੱਡਿਆ, ਹੱਥ ਦੇ ਵਿੱਚੋਂ ਕਮਾਨ ਛੁੱਟ ਗਈ, ਤੀਰ ਛੁੱਟ ਗਿਆ, ਘੋੜੇ ਦੇ ਉੱਤੋਂ ਭੋਏ ਉਤਰ ਆਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਉੱਪਰ ਸੀਸ ਰੱਖ ਕੇ ਹੰਝੂ ਵਹਾਉਣ ਲੱਗਾ ਤੇ ਮਹਾਰਾਜ ਕਹਿੰਦੇ ਤੂੰ ਤੇ ਜਰਨੈਲਾਂ ਦੀ ਸਭਾ ਦੇ ਵਿੱਚ ਇਹ ਸਹੁੰ ਖਾਧੀ ਸੀ, ਪਾਣ ਦਾ ਬੀੜਾ ਚੱਕ ਕੇ ਇਹ ਕਸਮ ਖਾਧੀ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਜਾਂ ਮੁਰਦਾ ਪਕੜ ਕੇ ਮੁਗਲ ਦਰਬਾਰ ਦੇ ਵਿੱਚ ਪੇਸ਼ ਕਰਾਂ। ਪਰ ਨਹੀਂ, ਸੈਦ ਖਾਨ ਨੇ ਰਕਾਬ ਵਾਲੇ ਮਹਾਰਾਜ ਦੇ ਪਾਵਨ ਸੀਸ ਤੋਂ ਸਿਰ ਚੱਕਿਆ, ਮੈਦਾਨੇ ਜੰਗ ਦੇ ਵੱਲ ਮੂੰਹ ਕੀਤਾ, ਦੋਵੇਂ ਬਾਹਾਂ ਖੜੀਆਂ ਕਰਕੇ ਫੌਜ ਨੂੰ ਕਿਹਾ, ਐ ਤੁਰਕੰਨਾ ਫੌਜ, ਇਸ ਮੈਦਾਨੇ ਜੰਗ ਦੇ ਵਿੱਚੋਂ ਆਪਣੀਆਂ ਜਾਨਾਂ ਬਚਾ ਕੇ ਨੱਠ ਜਾਓ, ਭੱਜ ਜਾਓ ਤੇ ਮੁਗਲ ਬਾਦਸ਼ਾਹ ਨੂੰ ਕਹਿ ਦੇਣਾ ਸਿੱਖਾਂ ਦੇ ਗੁਰੂ ਨੇ ਸੈਦ ਖਾਨ ਨੂੰ ਗੁਲਾਮ ਬਣਾ ਲਿਆ। ਇਹ ਘਟਨਾ, ਇਹ ਸਾਖੀ ਪੂਰੀ ਹੋਈ। ਹੁਣ ਪੜੋ, ਹਰਾਉਣ ਆਏ ਸਾਥੋਂ ਹਰ ਜਾਂਦੇ ਨੇ। ਹੁਣ ਇਹਨਾਂ ਕਵਿਤਾ ਦਾ ਸ਼ਾਇਦ ਵੀਰ ਜਗਦੀਪ ਸਿੰਘ ਨੇ ਕਿਸੇ ਹੋਰ ਵਿਅੰਗ ਦੇ ਵਿੱਚ ਇਹ ਕਵਿਤਾ ਲਿਖੀ ਹੋਵੇ, ਪਰ ਹੁਣ ਚੇਤੇ ਕਰੋ, ਹੁਣ ਇਹਨਾਂ ਪੰਕਤੀਆਂ ਨੂੰ ਆਪਣੇ ਮਨ ਦੇ ਵਿੱਚ, ਇਹਨਾਂ ਸਤਰਾਂ ਨੂੰ, ਇਸ ਕਾਵ ਟੋਟੇ ਨੂੰ ਕਹਿੰਦੇ ਘਮਾਓ, ਹਰਾਉਣ ਆਏ ਸਾਥੋਂ ਹਰ ਗਏ। ਅਸੀਂ ਵੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਹਾਂ। ਸੈਦ ਖਾਂ ਹਰਾਉਣ ਆਇਆ ਸੀ, ਜੰਗਾਂ ਤੇ ਹੋਰ 13 ਜੰਗਾਂ ਸਾਡੇ ਕੋਲ ਪਈਆਂ ਨੇ, ਜਿਹੜੇ ਹਰਾਉਣ ਆਏ ਸੀ, ਜਿਹੜੇ ਮਾਰਨ ਆਏ ਸੀ, ਜਿਹੜੇ ਕੌਮ ਦਾ ਖੁਰਾ ਖੋਜ ਮਕਾਉਣ ਆਏ ਸੀ। ਪਰ ਸਮਾਂ ਥੋੜਾ, ਸੈਦ ਖਾਂ ਮਾਰਨ ਆਇਆ ਸੀ, ਗੁਲਾਮ ਬਣਾਉਣ ਆਇਆ ਸੀ। ਤੇ ਕੀ ਕਹਿ ਰਿਹਾ ਤੁਰਕੰਨਾ ਫੌਜ, ਇਸ ਮੈਦਾਨੇ ਜੰਗ ਦੇ ਵਿੱਚੋਂ ਆਪਣੀਆਂ ਜਾਨਾਂ ਬਚਾ ਕੇ ਭੱਜ ਜਾਓ ਤੇ ਮੁਗਲ ਬਾਦਸ਼ਾਹ ਨੂੰ ਕਹਿ ਦਿਓ ਸਿੱਖਾਂ ਦੇ ਗੁਰੂ ਨੇ ਸੈਦ ਖਾਨ ਨੂੰ ਗੁਲਾਮ ਬਣਾ ਲਿਆ। ਗੁਲਾਮ ਬਣਾਉਣ ਆਇਆ ਸੀ, ਮਾਰਨ ਆਏ ਸਾਨੂੰ, ਮਰ ਜਾਂਦੇ ਨੇ। ਦੂਸਰੀ ਗੱਲ ਸੈਦ ਖਾਨ ਇਹ ਕਹੀ ਸੀ, ਜਿਉਂਦਾ ਜਾਂ ਮੁਰਦਾ, ਜਿਉਂਦਾ ਜਾਂ ਮੁਰਦਾ, ਮਾਰਨ ਦੀ ਬਜਾਏ ਗੁਰੂ ਨੂੰ ਮਾਰਨ ਆਇਆ ਸੀ। ਗੁਰੂ ਨੇ ਐਸੀ ਨਦਰ ਦਾ ਤੀਰ ਛੱਡਿਆ, ਐਸੀ ਮਿਹਰ ਦਾ ਤੀਰ ਛੱਡਿਆ। ਸੈਦ ਖਾਨ ਦੇ ਅੰਦਰੋਂ ਹੰਕਾਰ, ਕਪਟ ਤੇ ਜਿਹੜੀ ਫੋਕੀ ਸ਼ੌਕ ਸੀ ਉਹ ਮਾਰ ਦਿੱਤੀ। ਐਸਾ ਗੁਰੂ ਸਾਡਾ, ਉਹ ਗੁਰੂ ਦੀ ਅੰਸ਼ ਵੰਸ਼ ਸੀ। ਇਹ ਵੱਖਰੀ ਗੱਲ ਆ ਵੀ ਉਹਦੇ ਨੇੜੇ ਕਿੰਨਾ। ਡਰਾਉਣ ਆਏ ਸਾਥੋਂ ਡਰ ਜਾਂਦੇ ਨੇ। 10,000 ਦੀ ਗਿਣਤੀ ਦੇ ਵਿੱਚ ਫੌਜਾਂ ਲੈ ਕੇ ਆਇਆ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕੋ ਤੀਰ ਛੱਡਿਆ ਤੇ ਚੌਂਕ ਗਿਆ। ਡਰਿਆ ਕਿ ਨਹੀਂ? ਜਦੋਂ ਅਸੀਂ ਤਿਲਕਦੇ ਆ, ਇੱਕ ਪੰਜਾਬੀ ਦਾ ਸ਼ਬਦ ਹੈ, ਹੁਣ ਤਾਂ ਮਾਫ ਕਰਨਾ, ਇਹ ਸ਼ਬਦ ਵੀ ਸਾਡੇ ਕੋਲ ਅਲੋਪ ਹੋ ਗਏ। ਇੱਕੇਦਮ ਅਸੀਂ ਸਹਿਜ-ਸੁਭਾਅ ਸਾਡਾ ਸਰੀਰ ਇਦਾਂ ਕੰਮਦਾ ਹਿਲਦਾ, ਉਹ ਡਰ ਖੌਫ ਹੀ ਹੈ। ਜਦੋਂ ਤੀਰ ਛੱਡਿਆ ਤੇ ਸੈਦ ਖਾਂ ਡਰ ਗਿਆ, ਉਹ ਵੀ ਗੁਰੂ ਨੂੰ ਡਰਾਉਣ ਆਇਆ ਸੀ। ਤੋ ਅਸੀਂ ਜਿਹੜੀ ਕੌਮ ਹੈ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਅੰਸ਼ ਵੰਸ਼ ਹਾਂ। ਫਿਰ ਅੱਗੇ ਜਿਸ ਪਰਪਸ ਲਈ ਇਹ ਕਵਿਤਾ ਲਿਖੀ ਗਈ, ਇੱਥੇ ਸਿੱਖ ਫੌਜਾਂ, ਸਿੱਖ ਜਰਨੈਲ ਸਾਡੀ ਕੌਮ ਰਹੀ ਹੈ ਤੇ ਮੁਗਲ ਬਾਦਸ਼ਾਹ ਦੀ ਬਜਾਏ ਸਾਡੇ ਕੋਲ ਮੋਦੀ ਸਰਕਾਰ ਸੀ, ਜੋ ਕਿਸਾਨ ਵੀਰਾਂ ਨੇ ਗੁਰੂ ਤੇ ਭਰੋਸਾ ਰੱਖ ਕੇ, ਆਪਣੀ ਸੱਚਾਈ ਦੇ ਉੱਪਰ ਭਰੋਸਾ ਰੱਖ ਕੇ ਆਪਣੇ ਹੱਕਾਂ ਦੇ ਲਈ ਜੰਗ ਲੜੀ ਹੈ। ਉਹਦੇ ਵਿੱਚ ਵੀ ਕੌਮ ਦੀ, ਸਾਡੇ ਕਿਸਾਨ ਵੀਰਾਂ ਦੀ, ਸੇਵਾਦਾਰਾਂ ਦੀ, ਸੰਘਰਸ਼ੀਆਂ ਦੀ ਜਿੱਤ ਹੋਈ ਹੈ ਜੀ। ਅੱਜ ਸਾਨੂੰ ਵੀ ਲੋੜ ਹੈ, ਜੇ ਅਸੀਂ ਜ਼ਰੂਰੀ ਨਹੀਂ ਅਸੀਂ ਮੁਸੀਬਤ ਪਏ ਦੇ ਉੱਪਰੋਂ ਹੀ ਇਕੱਠੇ ਹੋਣਾ, ਅਸੀਂ ਪਹਿਲੇ ਇਕੱਠੇ ਹੋ ਕੇ ਚੱਲੀਏ, ਮੋਢੇ ਤੇ ਮੋਢਾ ਜੋੜ ਕੇ ਚੱਲੀਏ, ਆਪਣੀ ਕੌਮ ਨੂੰ ਬਚਾਈਏ, ਆਪਣੀ ਅੰਸ਼ ਵੰਸ਼ ਨੂੰ ਬਚਾਈਏ, ਗੁਰੂ ਘਰ ਨਾਲ ਜੁੜੀਏ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਲੜ ਲੱਗੀਏ ਤੇ ਜਿਹੜੀਆਂ ਸੰਸਥਾਵਾਂ ਚੱਲ ਰਹੀਆਂ ਬਹੁਤ ਵਧੀਆ ਉਪਰਾਲੇ ਕਰ ਰਹੀਆਂ। ਜੇਕਰ 2-4 ਸਾਲਾਂ ਦੇ ਵਿੱਚ ਇੱਕ ਪਿੰਡ ਦੇ ਵਿੱਚੋਂ ਸੰਸਥਾ ਦੇ ਨਾਲ ਪ੍ਰਚਾਰ ਕਰਨ ਦੇ ਨਾਲ 2 ਪ੍ਰਚਾਰਕ ਹੀ ਨਿਕਲ ਗਏ, ਉਹ ਨਾ ਪਾਸੇ ਜਾਣਗੇ ਤਾਂ ਘੱਟੋ ਘੱਟ ਆਪਣੇ ਪਿੰਡ ਦੇ ਵਿੱਚ ਪੇਪਰ ਲਿਆ ਕਰਨਗੇ, ਆਪਣੇ ਪਿੰਡ ਦੇ ਵਿੱਚ ਬੱਚਿਆਂ ਨੂੰ ਸੰਥਿਆ, ਆਪਣੇ ਪਿੰਡ ਦੇ ਵਿੱਚ ਸਿੱਖੀ ਦਾ ਇਤਿਹਾਸ, ਇਹਨਾਂ ਕਹਿੰਦਾ ਖਿਮਾ ਦੇ ਜਾਚਕ ਹੋਵਾਂਗੇ। ਗੁਰੂ ਸਾਹਿਬ ਦੀ ਬਾਣੀ, ਇਤਿਹਾਸ ਕੋਈ ਛੋਟੀ ਜਿਹੀ ਚੀਜ਼ ਨਹੀਂ। ਇਹ ਏਸੀਆਂ ਦੇ ਵਿੱਚ ਬੈਠ ਕੇ
ਮੋੜ ਦੇ ਖੰਭਾਂ ਦੇ ਨਾਲ, ਕੇਸਰ ਦੇ ਨਾਲ ਨਹੀਂ ਲਿਖਿਆ ਗਿਆ। ਇਹ ਮੈਦਾਨੇ ਜੰਗ ਦੇ ਵਿੱਚ, ਚਾਹੇ ਉਹ ਜੰਗਲਾਂ ਦੇ ਕੰਢੇ ਹੋਣ, ਜੰਗਲਾਂ ਦੇ ਜ਼ਹਿਰੀਲੇ ਸੱਪ ਹੋਣ, ਸ਼ੇਰਾਂ ਦਾ ਡਰ, ਹਾਥੀਆਂ ਦਾ ਖੌਫ ਹੋਵੇ, ਚਾਹੇ ਉਹ ਤੱਤੀ ਤਵੀ ਹੋਵੇ, ਜਿੱਥੇ ਵੀ ਵੇਖੋ ਇਹ ਕੋਈ ਆਮ ਬੈਠਕ ਦਾ ਇਤਿਹਾਸ ਨਹੀਂ। ਜਾਨਾਂ ਕੁਰਬਾਨ ਕਰਕੇ ਬੇਅੰਤ ਸ਼ਹਾਦਤਾਂ ਤੋਂ ਬਾਅਦ ਕੌਮ ਦੇ ਜਰਨੈਲਾਂ ਦਾ, ਯੋਧਿਆਂ ਦਾ ਖੂਨ ਦੇ ਨਾਲ ਲਿਖਿਆ ਹੋਇਆ ਇਤਿਹਾਸ ਹੈ। ਬਹੁਤ ਵਧੀਆ ਉਪਰਾਲੇ ਆ। ਸਾਨੂੰ ਜਿਹੜਾ ਸਮਾਂ ਉਹ ਸਮਾਪਤ ਹੋ ਗਿਆ। ਸਤਿਗੁਰੂ ਦੀ ਕਿਰਪਾ ਕਰਨ, ਕੌਮ ਨੂੰ ਚੜ੍ਹਦੀ ਕਲਾ ਬਖਸ਼ਣ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣਾ ਨਾਮ ਤੇ ਪਤਾ ਦੱਸ ਨਾਮ ਲਿਖੀ ਰੱਖੋ ਤੇ ਸਾਰਿਆਂ ਨੂੰ ਦੱਸੋ। ਮੇਰਾ ਨਾਮ ਮਨਵੀਰ ਸਿੰਘ, ਪਿੰਡ ਮੇਰਾ ਕੁੰਡਲ ਹੈ। ਮਨਵੀਰ ਸਿੰਘ ਕੁੰਡਲ। ਕਾਫੀ ਰਚਨਾਵਾਂ ਮੈਨੂੰ ਪਤਾ ਛਪਦੀਆਂ ਰਹਿੰਦੀਆਂ, ਤੋਂ ਸੋਚ ਹੈ ਥੋੜੀ ਜੁਝਾਰਵਾਦੀ ਹੈ, ਤਾਂ ਕਰਕੇ ਕਦੇ ਸਮਾਂ ਮਿਲਿਆ ਖੁੱਲ੍ਹਾ ਤਾਂ ਆਪਣੀਆਂ ਕਵਿਤਾਵਾਂ ਦੇ ਵਿੱਚੋਂ ਵੀ ਕੁਝ ਸਾਂਝਾ ਕਰਾਂਗੇ। ਪਰ ਇਹ ਬੇਨਤੀ ਜ਼ਰੂਰ ਆ ਕਿ ਇਕੱਠੇ ਹੋਏ ਆ ਤਾਂ ਇਕੱਠੇ ਰਹੋ, ਹੋਰ ਲੈ ਕੇ ਆਈਏ, ਵੱਧ ਤੋਂ ਵੱਧ ਕੌਮ ਜੁੜੀਏ, ਦਾੜੀ ਕੇਸ ਰੱਖੀਏ, ਗੁਰੂ ਵਾਲੇ ਬਣੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।